ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੀ ਯਾਤਰਾ ਦਾ ਚੌਥਾ ਦਿਨ ਚੌਥਾ ਹੀ ਹੈ ਨਾ। ਹਾਂ ਤੇ ਦਰਸ਼ਨ ਕਰ ਆਏ ਆਪਾਂ ਹੇਮਕੁੰਟ ਸਾਹਿਬ ਤੋਂ। ਤੇ ਹੁਣ ਆਪਣੀ ਵਾਪਸੀ ਆ ਗੋਬਿੰਦ ਘਾਟ ਦੀ ਧਾਮ ਤੋਂ, ਗੋਬਿੰਦ ਧਾਮ ਤੋਂ ਗੋਬਿੰਦ ਘਾਟ ਦੀ। ਤੇ ਮੌਸਮ ਬੜਾ ਘੈਂਟ ਹੈ ਇੱਥੇ। ਕੱਲ੍ਹ ਸਾਡੀ ਜ਼ਿਆਦਾ ਤਸੱਲੀ ਹੋ ਗਈ ਸੀ, ਸਾਰੇ ਮੀਂਹ ਵਰਦੇ 'ਚ ਹੀ ਆਏ ਉੱਪਰੋਂ ਆਪਾਂ। ਤੇ ਪਹਿਲਾਂ ਕਦੀ ਇੰਨਾ ਨਹੀਂ ਹੋਇਆ, ਐਰਕਾਂ ਜ਼ਿਆਦਾ ਹੋ ਗਿਆ। ਤੇ ਮੌਸਮ ਹੁਣ ਤੁਹਾਨੂੰ ਆਲੇ ਦੁਆਲੇ ਹਾਲ ਹੋਇਆ ਪਿਆ। ਬਰਫ ਪਹਿਲਾਂ ਜਾਵਾਂਗੇ ਗੁਰਦੁਆਰਾ ਸਾਹਿਬ ਦਰਸ਼ਨ ਕਰਨ, ਫਿਰ ਜਾਵਾਂਗੇ ਗੋਬਿੰਦ ਘਾਟ ਵੱਲ ਨੂੰ, ਫਿਰ ਪਾਵਾਂਗੇ ਚਾਲੇ। ਗੁਰਦੁਆਰਾ ਗੋਬਿੰਦ ਧਾਮ ਸਾਹਿਬ, ਇੱਥੋਂ ਸੰਗਤ ਲੰਗਰ ਪਾਣੀ ਛਕ ਕੇ ਚੜ੍ਹਾਈਆਂ ਚੜ੍ਹਦੀ ਹੇਮਕੁੰਟ ਸਾਹਿਬ ਵੱਲੋਂ। 1937 ਵਿੱਚ ਇਸ ਧਰਤੀ ਦਾ ਸਰਵੇਖਣ ਕਰਦੇ ਸਮੇਂ ਬੰਗਾਲ ਸੈਬਰ ਦੇ ਹਵਲਦਾਰ ਮੋਦਨ ਸਿੰਘ ਜੀ ਨੇ ਹੇਮਕੁੰਟ ਸਾਹਿਬ, ਜੋ ਕਿ 10ਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਪਹਿਲੇ ਜਨਮ ਦਾ ਤਪ ਸਥਾਨ ਹੈ, ਦਾ ਪਤਾ ਲਗਾਇਆ ਅਤੇ ਇੱਕ ਕਮਰੇ ਦਾ ਨਿਰਮਾਣ ਕਰਵਾਇਆ। ਇਹ ਸਥਾਨ ਹੁਣ ਗੋਬਿੰਦ ਘਾਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇੱਥੇ ਬਾਬਾ ਜੀ ਆਣ ਕੇ ਸ਼ਰਨ ਲੈਂਦੇ ਸੀ ਠੰਡ ਤੋਂ। ਤੇ ਇੱਕ ਇੱਥੇ ਨਾ ਉਹਨਾਂ ਦਾ ਬੜਾ ਹੁੰਦਾ ਰਿਸ਼, ਉਹ ਬੜੇ ਤਗੜੇ ਹੁੰਦੇ ਇੱਥੇ। ਜਿਹੜਾ ਇਹ ਸਥਾਨ ਹੈ ਗੋਬਿੰਦ ਧਾਮ, ਇਹ ਸਰਦੀਆਂ 'ਚ ਬਿਲਕੁਲ ਬੰਦ ਹੋ ਜਾਂਦਾ ਹੈ, ਸਾਰੇ ਚਲੇ ਜਾਂਦੇ ਇੱਥੋਂ। ਬਰਫ਼ ਨਾਲ ਢੱਕਿਆ ਜਾਂਦਾ। ਤੇ ਜਿੱਦਾਂ ਹੋਟਲਾਂ ਵਾਲੇ ਜਦੋਂ ਇਹ ਫੇਰ ਯਾਤਰਾ ਸ਼ੁਰੂ ਹੁੰਦੀ ਹੈ ਨਾ, ਉਹਨਾਂ ਨੂੰ ਆਣ ਕੇ ਬੂਹੇ ਬਾਰੀਆਂ ਦੀ ਰਿਪੇਅਰ ਕਰਾਉਣੀ ਪੈਂਦੀ, ਕਿਉਂਕਿ ਉਹ ਭੰਨ ਜਾਂਦੇ ਆ ਜਾਨਵਰ, ਟੱਕਰਾਂ ਟੁਕਰਾਂ ਮਾਰਦੇ। ਉਹ ਬਥੇਰਾ ਪ੍ਰਬੰਧ ਕਰਕੇ ਜਾਂਦੇ, ਪਰ ਨਹੀਂ। ਵਾਪਸੀ ਆਈ ਹੁਣ ਆਪਣੀ। ਆਹ ਬੜਾ ਉਪਰਾਲਾ ਚੱਲਦਾ ਇੱਥੇ ਨਾ, ਉੱਤੇ ਆ ਹੋਣ ਵਾਲਾ। ਇਹ ਖੱਚਰਾਂ ਦਾ 에ਅਰਪੋਰਟ ਹੈ ਇੱਥੇ। ਇਸ ਯਾਤਰਾ ਵਿੱਚ ਤੁਹਾਨੂੰ ਬੜੇ ਇੱਦਾਂ ਦੇ ਲੋਕ ਮਿਲਣਗੇ ਜਿਨ੍ਹਾਂ ਤੋਂ ਵੇਖ ਕੇ ਲੱਗੂਗਾ ਵੀ ਇਹ ਨਾ ਹੀ ਇਹ ਤੁਰ ਕੇ ਨਹੀਂ ਜਾ ਸਕਦਾ, ਇਹ ਖੱਚਰ ਕਰੂਗਾ, ਪਰ ਉਹ ਤੁਰ ਕੇ ਪਹੁੰਚ ਜਾਂਦੇ ਆ। ਪਾਣੀ ਭਰ ਲੈਂਦੇ ਰਾਹ 'ਚੋਂ। ਜਦੋਂ ਮੈਂ ਪਹਿਲੀ ਵਾਰ ਆਇਆ ਹਾਂ, ਮਨ 'ਚ ਇਹ ਭੁਲੇਖਾ ਸੀ ਕਿ ਹੁਣ ਤੇ ਆਪਾਂ ਉਤਰਨ ਆਏ ਹਾਂ ਵਾਪਸੀ, ਤੇ ਹੁਣ ਤੇ ਬੜਾ ਸੌਖਾ ਜਾਣਾ, ਪਰ ਇਹ ਮਨ 'ਚ ਭੁਲੇਖਾ ਸੀ। ਉਦੋਂ ਵੀ ਲੱਤਾਂ ਦਾ ਬਹੁਤ ਜ਼ੋਰ ਲੱਗਦਾ। ਨਿੱਕਾ ਹੈ ਨਾ। ਆ ਯਾਤਰਾ ਇਦਾਂ ਦੀ ਆ, ਇਹ ਤੋਂ ਵਾਪਸ ਜਾਣ ਦਾ ਵੀ ਬੜਾ ਮਜ਼ਾ ਆਉਂਦਾ, ਜਿੰਨਾ ਜ਼ੋਰ ਲੱਗਾ ਹੁੰਦਾ। ਆ ਜਾ ਆ ਜਾ ਆ ਜਾ ਆ ਜਾ, ਚੱਲ। ਬੈਂਤ ਬੈਗ ਬਹੁਤਾ ਵੱਡਾ ਲੈ ਆਇਆ, ਤੇ ਹੁਣ ਹੋਰ ਤਰ੍ਹਾਂ ਕਰਦਾ। ਉਤਰਾਈ ਤੇ ਕੋਈ ਨਹੀਂ। ਜਦੋਂ ਆਪਾਂ ਉੱਤਰ ਆਏ ਹੁੰਦੇ ਹਾਂ, ਚੜ੍ਹਨ ਵਾਲੇ ਨੂੰ ਬੜਾ ਹੌਸਲਾ ਦਿੰਦਾ। ਬਸ ਪਹੁੰਚ ਗਏ। 1 ਕਿਲੋਮੀਟਰ ਰਹਿ ਗਿਆ। ਅੱਸੀਆਂ ਸਾਲਾਂ ਦੇ ਬਾਬੇ ਵੀ ਹੈਗੇ ਤੁਰ ਕੇ ਜਾਣ ਵਾਲੇ, ਤੇ 20-30 ਸਾਲਾਂ ਵਾਲੇ ਮੁੰਡੇ ਗੱਡੀਆਂ ਤੇ ਬਹਿ ਕੇ ਆਉਂਦੇ। ਇਹ ਹਿਸਾਬ ਕਿਤਾਬ ਹੈ। ਹਾਂ, ਸਾਹ ਬੜਾ ਚੜ ਜਾਂਦਾ, ਫਿਰ ਬੋਲਣ ਨੂੰ ਜੀਵ ਨਹੀਂ ਕਰਦਾ। ਸਮੁੰਦਰ ਤਲ ਤੋਂ ਰੱਖਦੇ ਕਹਿੰਦਾ ਚਰ। ਆਪਣੇ ਪਿੰਡ ਵਾਲੇ ਪੁਰਾਣੇ ਬਾਬੇ ਨਹੀਂ ਕਦੇ ਖੱਚਰ ਤੇ ਬੈਠੇ ਵੇਖੇ, ਐਂ ਹੀ ਜਾਂਦੇ ਚੜ੍ਹਦੀ ਕਲਾ ਦੇ ਵਿੱਚ। ਇਹ ਸਫ਼ਰ ਦੀ ਇੱਕ ਗੱਲ ਆ ਵੀ ਜਿੱਥੇ ਬਹਿ ਜਾਈਏ ਤੇ ਬੰਦਾ ਬਹਿ ਹੀ ਜਾਂਦਾ, ਮਜ਼ਾ ਆਉਣ ਲੱਗ ਪੈਂਦਾ। ਇੱਕ ਜ਼ੋਰ ਲੱਗਾ ਹੁੰਦਾ, ਤੇ ਬਹਿ ਜਾਈਏ ਫਿਰ ਮੌਸਮ ਠੰਡਾ ਹੋਣ ਲੱਗ ਪੈਂਦਾ, ਫਿਰ ਬੰਦਾ ਵੀ ਠੰਡਾ ਹੀ ਹੋ ਜਾਂਦਾ। ਉਹ ਬੇਅੰਤ
ਇਹ ਯਾਤਰਾ ਬਾਰੇ ਦੱਸਾਂ ਤੇ ਇਹ ਸਾਡੀ ਤੀਸਰੀ ਯਾਤਰਾ ਸੀ। 2 ਯਾਤਰਾ ਪਹਿਲਾਂ ਕੀਤੀਆਂ ਤੇ ਉਹਦੇ ਵਿੱਚ ਆਪਾਂ ਲਾਉਂਦੇ ਰਹੇ ਹਾਂ 6 ਰਾਤਾਂ, ਯਾਨੀ 6 ਰਾਤਾਂ ਦਾ ਸਟੇ ਹੋਣਾ। ਉਹਦੇ ਵਿੱਚ ਪਹਿਲਾ ਸਟੇ ਸਾਡਾ ਹੋਣਾ ਰਿਸ਼ੀਕੇਸ਼, ਦੂਸਰਾ ਹੋਣਾ ਗੋਬਿੰਦ ਘਾਟ, ਉੱਥੋਂ ਅਗਲੇ ਦਿਨ ਚੱਲ ਕੇ ਗੋਬਿੰਦ ਧਾਮ, ਤੇ ਫਿਰ ਉੱਥੋਂ ਅਗਲੇ ਦਿਨ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਕੇ ਫਿਰ ਵਾਪਸ ਧਾਮ ਰੁਕਣਾ, ਤੇ ਫਿਰ ਉਹ ਤੋਂ ਥੱਲੇ ਆਣ ਕੇ ਘਾਟ ਰੁਕਣਾ, ਫਿਰ ਵਾਪਸੀ ਦੇ ਰਿਸ਼ੀਕੇਸ਼ ਰੁਕਣਾ। ਪਰ ਇਸ ਵਾਰ ਆਪਾਂ 4 ਰਾਤਾਂ ਲਾਈਆਂ। ਉਹਦੇ 'ਚ ਇੱਦਾਂ ਕਿ ਆਪਾਂ ਰਿਸ਼ੀਕੇਸ਼ ਨਹੀਂ ਰੁਕੇ, ਥੋੜ੍ਹਾ ਘਾਟ ਦੇ ਨੇੜੇ ਜੇ ਪਹੁੰਚ ਕੇ ਆਣ ਕੇ, ਅਤੇ ਘਾਟ ਆਪਾਂ ਨਾ ਜਾਂਦੀ ਵਾਰ ਸਟੇ ਕੀਤਾ ਨਾ ਆਉਂਦੀ ਵਾਰ ਸਟੇ ਕੀਤਾ, ਬਸ ਦਰਸ਼ਨ ਕਰਕੇ ਤੇ ਲੰਘ ਕੇ ਗਾਂ। ਅਤੇ ਥੋੜ੍ਹੀ ਜਲਦੀ ਹੀ ਉਹਦਾ ਕਰਕੇ ਹੋਇਆ, ਅਤੇ ਉਹ ਆਪਾਂ ਇਹਦਾ 4 ਦਿਨਾਂ 'ਚ ਕਰ ਸਕਦੇ ਹਾਂ, ਯਾਨੀ 4 ਰਾਤਾਂ। 5ਵੇਂ ਦਿਨ ਨੂੰ ਤੁਸੀਂ ਘਰ ਆ ਜਾਓਗੇ, ਇੱਦਾਂ ਹੋ ਸਕਦਾ। ਅਤੇ ਇਹਦੇ 'ਚ ਜਿਹੜਾ ਸਾਡਾ ਖਰਚਾ ਆ ਗਿਆ, ਆਪਾਂ 3 ਜਣੇ ਗਏ ਸੀ, ਅਤੇ ਛੋਟੀ ਗੱਡੀ ਸੀ ਸਾਡੇ ਕੋਲ, CNG ਸੀ ਅਤੇ ਨਾਲ ਪੈਟਰੋਲ ਸੀ, ਕਿਉਂਕਿ CNG ਤੇ ਗਾਂ ਪਹਾੜਾਂ 'ਚ ਮਿਲਦੀ ਨਹੀਂ। ਪਿੱਛੇ ਹੀ ਆ ਲਾ ਲਓ ਵੀ ਤੁਸੀਂ ਹਰਿਦੁਆਰ ਤੱਕ, ਹਰਿਦੁਆਰ ਤੋਂ ਵੀ ਨਹੀਂ ਅਸੀਂ ਪਵਾਈ, ਉੱਥੇ ਰਸ਼ ਲੈਣਾ ਇੰਨੀਆਂ ਕਿ ਲੰਮੀਆਂ ਸੀ ਕਿ ਘੱਟੋ ਘੱਟ ਅੱਧਾ ਕਿਲੋਮੀਟਰ ਲੰਮੀ ਲੈਣ ਸੀ। ਅਤੇ ਗੱਡੀ ਦਾ ਸਾਡਾ ਉੱਥੋਂ ਤੱਕ ਫਿਰ ਚੱਲੀ CNG ਅਤੇ ਅੱਗੇ ਚੱਲਿਆ ਪੈਟਰੋਲ, ਅਤੇ ਆਪਾਂ 7000 'ਚ ਅਪ ਡਾਊਨ ਕਰ ਲਿਆ। ਅਤੇ ਬਾਕੀ ਉੱਦਾਂ ਖਰਚਾ ਮਿਲਾ ਕੇ, ਯਾਨੀ ਸਾਡਾ ਜਿੰਨਾ ਅਸੀਂ ਆਈਡੀਆ ਲਾਇਆ ਸੀ ਨਾ ਪਹਿਲਾਂ ਵਾਲੇ ਟਰਿਪ ਦੇ ਹਿਸਾਬ ਨਾਲ, ਐਰਕਾ ਬੜਾ ਬਾਈਟਰ ਰਿਹਾ, ਬੜਾ ਯਾਨੀ ਘੱਟ ਖਰਚਾ ਆਇਆ, ਅਤੇ ਸਾਡਾ 15000 ਰੁਪਈਆ ਲੱਗਾ 3 ਜਣਿਆਂ ਦਾ ਬਸ। ਅਤੇ ਬਹੁਤ ਸੋਹਣੀ ਯਾਤਰਾ ਹੋ ਗਈ ਇਹਨੇ 'ਚ। ਸਾਨੂੰ ਹੀ ਵੀ 25-30 ਹਜ਼ਾਰ ਲੱਗੂਗਾ। ਅਤੇ ਉਹਦੇ 'ਚੋਂ ਇਹ ਹੋਇਆ ਵੀ ਆਪਾਂ 2 ਦਿਨ 'ਤੇ ਜਿੱਦਾਂ ਰੁਕੇ ਘੱਟ, ਜਿੱਦਾਂ ਉਹਦੇ 'ਚ ਵੀ ਸਾਡਾ 2-2 ਹਜ਼ਾਰ ਦਾ ਰੂਮ ਦਾ ਰੈਂਟ ਲਾ ਲਓ, ਉਹ ਆਉਣਾ ਸੀ। ਅਤੇ ਜਿਹੜੇ ਸਾਨੂੰ ਧਾਮ 'ਤੇ ਜਾ ਕੇ ਆਪਾਂ ਰਹੇ ਕਮਰੇ ਮਿਲੇ, ਉਹ 1 ਨਾਈਟ ਦਾ 2000 ਰਹੇ, ਅਤੇ 2 ਰਾਤਾਂ ਆਪਾਂ ਉੱਥੇ ਰਹੇ। ਪਹਿਲਾਂ ਸਾਡਾ ਕਿੱਦਾਂ ਹੁੰਦਾ ਸੀ ਵੀ ਆਪਾਂ ਰਿਸ਼ੀਕੇਸ਼ ਰੁਕਣਾ, ਉੱਥੇ ਲੈਣਾ ਗੁਰਦੁਆਰਾ ਸਾਹਿਬ ਕਮਰਾ, ਉਦੋਂ ਤਾਂ ਉੱਥੇ AC ਵਾਲੇ ਕਮਰੇ ਦਾ ਰੈਂਟ 1000 ਰੁਪਈਆ ਸੀ, ਹੁਣ ਵੱਧ ਗਿਆ ਹੋਣਾ। ਅਤੇ ਪਰ ਆਪਾਂ ਉੱਥੇ ਨਹੀਂ ਰੁਕੇ, ਆਪਾਂ ਸਿੱਧੇ ਆਣ ਕੇ ਸ਼੍ਰੀਨਗਰ ਰੁਕੇ, ਅਤੇ ਉੱਥੇ ਸਾਨੂੰ ਨੋਨ AC ਕਮਰਾ ਮਿਲਿਆ ਸੀ 500 ਰੁਪਈਏ ਦਾ। ਪਰ ਵਾਪਸੀ 'ਤੇ ਸਾਨੂੰ ਸ਼੍ਰੀਨਗਰ ਕਮਰਾ ਨਹੀਂ ਮਿਲਿਆ, ਬਾਹਰ ਹੋਟਲ 'ਚ ਲੈਣਾ ਪਿਆ। ਪਰ ਫਿਰ ਵੀ ਸਾਡਾ ਬੜਾ ਨਾ ਬਾਈਟ ਦੇ ਇੱਕ ਅੰਦਰ ਰਿਹਾ ਕੰਮ, ਵੱਧ ਨਹੀਂ ਹੋਇਆ ਖਰਚਾ, ਬਹੁਤ ਘੱਟ ਹੋਇਆ। ਜਦੋਂ ਆਪਾਂ ਇਹ ਤੁਰ ਕੇ ਟਰੈਕ ਕਰ ਰਹੇ ਹੁੰਦੇ ਆ, ਉਦੋਂ ਨਾ ਆਪਾਂ ਨੂੰ ਬੜੀਆਂ ਪੋਜ਼ੀਟਿਵ ਚੀਜ਼ਾਂ ਵੀ ਮਿਲਦੀਆਂ, ਜਿਹੜੀਆਂ ਸਾਨੂੰ ਦਿੰਦੀਆਂ ਜੋਸ਼ ਜਿਹਾ ਵੀ ਆਪਾਂ ਸੌਖਾ ਹੀ ਕਰ ਲਾਂਗੇ। ਕਿਉਂਕਿ ਵੀਡੀਓ 'ਚ ਤੁਸੀਂ ਵੇਖੋਗੇ ਕਿਤੇ ਕਿਤੇ ਛੋਟੇ ਛੋਟੇ ਬੱਚੇ ਛਾਲਾਂ ਮਾਰਦੇ ਜਾਣ ਡੇ ਆ, ਅਤੇ ਕਈ ਬਜ਼ੁਰਗ ਵੀ ਇੱਦਾਂ ਹੀ ਚੜ੍ਹਦੇ ਜਾਣ ਡੇ ਆ, ਅਤੇ ਨੈਗੇਟਿਵ ਵੀ ਹੁੰਦੀਆਂ, ਅਤੇ ਚੰਗੇ ਭਲੇ ਖੱਚਰਾਂ 'ਤੇ ਬਹਿ ਕੇ ਲੰਘਦੇ ਆ। ਉਦੋਂ ਵੀ ਕਹੀਦਾ ਵੀ ਕਿਉਂ ਇੰਨਾ ਭਾਰ ਪਾਇਆ ਇਹਨਾਂ ਖੱਚਰਾਂ 'ਤੇ। ਅਤੇ ਉਹਨਾਂ ਦਾ ਵੀ ਚਲੋ ਇੱਥੇ ਕਮਾਈ ਦਾ ਸਾਧਨ ਆ, ਪਰ ਜਾਨਵਰਾਂ ਦਾ ਤਾਂ ਚਲੋ ਔਖਾ ਹੀ ਆ, ਉਹਨਾਂ ਨੂੰ ਕਾਹਦੀ ਕਮਾਈ। ਬੜੇ ਬੜੇ ਸੀਨ ਵੇਖਣ ਨੂੰ ਮਿਲਣਗੇ। ਇਹਨਾਂ ਨੇ ਧੱਕਾ ਵੀ ਬੜਾ ਕਰਦੇ, ਕੁੱਟਦੇ ਮਾਰਦੇ ਵੀ ਬਹੁਤ ਆ ਖੱਚਰਾਂ ਨੂੰ, ਅਤੇ ਕਿਸੇ ਵੇਲੇ ਤਾਂ ਇੱਦਾਂ ਵੇਖਣ ਨੂੰ ਮਿਲੂਗਾ ਵੀ ਉਹ ਵਿਚਾਰੀ ਇਹਨੇ ਜੋਗੀ ਵੀ ਨਹੀਂ ਹੁੰਦੀ ਜਿੱਡਾ ਉੱਤੇ ਬੰਦਾ ਭਾਇਆ ਹੁੰਦਾ। ਜਦੋਂ ਇੱਧਰ ਨੂੰ ਆਉਣਾ ਹੁੰਦਾ, 1-2 ਮਹੀਨੇ ਪਹਿਲਾਂ ਸੈਰ ਸੂਰ ਕਰ ਲਿਆ ਕਰੋ, ਕੋਈ ਐਡਾ ਔਖਾ ਵੀ ਨਹੀਂ ਹੁੰਦਾ, ਬਸ ਹੌਸਲੇ ਜਿਹੀ ਗੱਲ ਹੁੰਦੀ, ਚੜ੍ਹ ਜਾਂਦਾ, ਹਰ ਕੋਈ ਚੜ੍ਹ ਜਾਂਦਾ। ਮੈਂ ਸਮਾਦ ਨਹੀਂ ਇਹਨੇ ਕੋਈ ਤੁਹਾਡਾ ਇਹਨਾਂ ਦਾ ਵੀ ਸੀਜ਼ਨ ਹੁੰਦਾ ਥੋੜ੍ਹੇ ਦਿਨਾਂ ਦਾ, ਯਾਨੀ 3-4 ਮਹੀਨੇ ਜਿਹਨੇ ਇੰਨੀ ਕਮਾਈ ਕਰਨੀ ਹੁੰਦੀ ਜਿਹੜਾ ਸਾਰਾ ਸਾਲ ਚੱਲ ਜੇ। ਅਤੇ ਮਿਹਨਤੀ ਬੜੇ ਹੁੰਦੇ, ਉਹ ਸਿੱਕੂ ਜਿਹੇ ਪਾ ਕੇ 70-80 ਕਿਲੋ ਦਾ ਜਾਂ ਤੋਂ ਉੱਤੇ ਵੀ ਮੈਂ ਵੇਖਿਆ ਵੀ ਬੀਬੀਆਂ ਨੂੰ ਚੋਕੇ ਲੈ ਜਾਂਦੇ ਸਿੱਕੂ ਜਿਹੇ ਪਾ ਕੇ। ਅਤੇ ਅੱਜ ਜਿੰਨਾ ਸਮਾਨ ਸਾਰਾ ਇੱਦਾਂ ਹੀ ਜਾਂਦਾ, ਜਾਂ ਖੱਚਰਾਂ 'ਤੇ ਜਾਂ ਮੋਢਿਆਂ 'ਤੇ। ਇਹਦਾ ਕਰਕੇ ਉੱਥੇ ਮਹਿੰਗਾਈ ਜਿੱਦਾਂ 100 ਦੀ ਚੀਜ਼ 200 ਜਾਂ ਤੁਹਾਨੂੰ 250 ਦੀ ਮਿਲੂਗੀ। ਮਾਰ ਲਿਆ ਮੋਰਚਾ ਬਾਪੂ ਜੀ। ਕਿੰਨੇ ਵਜੇ ਤੁਰੇ ਹੋ? ਅੱਛਾ ਜੀ। ਇੱਥੇ 10 ਚੋਂ 6-7 ਜਣੇ ਖੱਚਰਾਂ 'ਤੇ ਇੱਦਾਂ ਦੇ ਬੈਠੇ ਹੁੰਦੇ ਆ ਕਿ ਉਹ ਚੜ੍ਹ ਕੇ ਜਾ ਸਕਦੇ ਹੁੰਦੇ, ਪਰ ਉਹਨਾਂ ਕਦੀ ਜ਼ਿੰਦਗੀ 'ਚ ਕੋਈ ਔਖਾ ਕੰਮ ਕੀਤਾ ਹੀ ਨਹੀਂ ਹੁੰਦਾ, ਯਾਨੀ ਸਰੀਰ ਨੂੰ ਦੁੱਖ ਹੀ ਨਹੀਂ ਦਿੱਤਾ ਹੁੰਦਾ। ਅਤੇ ਉਹ ਤਾਂ ਉਹਨੂੰ ਵੇਖ ਕੇ ਕਰੀ, ਅਤੇ ਜਦੋਂ ਚੱਕਰ ਜਿਹਾ ਆਉਂਦਾ ਅਤੇ ਨਾਲ ਹੀ ਖੱਚਰ ਵਾਲੇ ਨਾਲ ਰੇਡ ਕਰਨ ਲੱਗ ਪੈਂਦੇ। ਕੋਈ ਐਡੀ ਗੱਲ ਨਹੀਂ ਹੁੰਦੀ, ਜਿੱਦਾਂ ਬੰਦਾ ਕੋਸ਼ਿਸ਼ ਕਰੇ ਤਾਂ ਹਰ ਕੋਈ ਚੱਲ ਜਾਂਦਾ। ਜਦੋਂ ਮੈਂ ਪਹਿਲੀ ਯਾਤਰਾ 'ਤੇ ਆਇਆ ਨਾ, ਮੈਂ ਨਾ
ਅੱਖੀਂ ਵੇਖਿਆ ਵੀ ਇੱਕ ਬਜ਼ੁਰਗ, ਇੱਕ ਨਹੀਂ 3-4 ਬਜ਼ੁਰਗਾਂ ਦਾ ਗਰੁੱਪ ਹੋਣਾ, ਉਹ 90 ਸਾਲ ਦੇ ਹੋਣੇ, ਤੇ ਉਹ ਜਾਣ ਡਿਆ, ਪੈਦਲ ਜਾਣ ਡਿਆ। ਤੇ ਮੈਂ ਉਹਨਾਂ ਨੂੰ ਕਿਹਾ ਬਾਪੂ ਜੀ ਤੁਸੀਂ ਖੱਚਰ ਕਰ ਲੈਣੀ ਸੀ। ਤੇ ਮੈਂ ਕਿਹਾ ਸ਼ਾਇਦ ਕੋਈ ਉੱਦਾਂ ਸ਼ਰਧਾਵਾਨ ਹੋਣਗੇ ਤੇ ਖਰਚਾ ਪਾਣੀ ਘੱਟ ਹੋਊਗਾ। ਤੇ ਮੈਂ ਬਾਪੂ ਨੂੰ ਸੁਲਾਹ ਮਾਰੀ ਗਈ, ਬਾਪੂ ਜੀ ਖੱਚਰ ਕਰ ਦਿੰਦੇ ਆ। ਕਹਿੰਦਾ ਨਹੀਂ ਜਵਾਨਾ ਇੱਦਾਂ ਹੀ ਜਾਣਾ, ਇੱਦਾਂ ਹੀ ਆਈਦਾ, ਬਸ ਹਰ ਵਾਰੀ ਆਈਦਾ ਤੇ ਇੱਦਾਂ ਹੀ ਜਾਣਾ। ਸ਼ਾਬਾਸ਼। ਬਾਕੀ ਖੱਚਰਾਂ ਚਾਹੀਦੀਆਂ ਵੀ ਆ ਬਿਮਾਰਾਂ ਦੇ ਬਜ਼ੁਰਗਾਂ ਵਾਸਤੇ, ਪਰ ਇਹਨਾਂ ਨਾਲ ਇੱਥੇ ਧੱਕਾ ਬਹੁਤ ਹੁੰਦਾ। ਤੁਸੀਂ ਵੇਖੋਗੇ ਤੇ ਜਾਓਗੇ ਨਾ, ਜ਼ਖਮ ਹੋਏ ਹੋਣਗੇ, ਉਨੀ ਖੁਰਾਕ ਨਹੀਂ ਪੈਂਦੀ ਜਿੰਨਾ ਉਹਨਾਂ ਕੋਲ ਕੰਮ ਲਿਆ ਜਾਂਦਾ। ਯਾਨੀ ਤੁਸੀਂ ਤੇ ਬਹਿ ਕੇ ਚੱਲ ਗਏ ਤੇ ਮਾਲਕ ਇਹਦੇ ਨੇ ਕਮਾਈ ਕਰ ਲਈ, ਪਰ ਜਿਹੜੇ ਉਹਨੂੰ ਤੁਸੀਂ ਦਿੱਤੇ ਉਹਦਾ ਪਾਪ ਮੈਂ ਸੋਚਣ ਡਿਆ ਮਾਲਕ ਨੂੰ ਲੱਗਣਾ ਕਿ ਉੱਤੇ ਬਹਿਣ ਵਾਲੇ ਨੂੰ ਲੱਗਣਾ, ਕਿ ਜਾਂ ਫਿਰ ਇਦਾਂ ਕਹਿ ਕੇ ਗੱਲ ਮੁਕਾ ਦੀ ਕਿ ਇਹਦੇ ਪਿਛਲੇ ਜਨਮਾਂ ਦਾ ਪਾਪ ਜਿਹੜਾ ਇਹ ਖਚਰ ਬਣੀ ਹੈ। ਜਿੱਤ ਗਏ ਆ, ਜਾਵਾਂਗੇ ਗੱਡੀ 'ਤੇ ਬਹਿ ਕੇ। ਆ ਪਿੰਡ ਦੇ ਉੱਪਰੋਂ ਦੀ ਪਾਣੀ ਲੰਘ ਗਿਆ ਸੀ ਸਾਰੇ ਉਜੜਿਆ ਪਿੰਡ। ਕੋਈ ਘਰ ਹੋਣਾ ਰਹਿੰਦਾ ਵਿੱਚ ਕੱਪੜੇ ਜਿਹੇ ਸੁੱਕਣੇ ਪਏ, ਦੁਆਰਾ ਬਣ ਰਹੇ ਹਨ, ਛੱਤਾਂ ਪੈ ਰਹੀਆਂ, ਪਰ ਇਹ ਰਿਸਕੀ ਇੱਥੇ ਬਣਾਉਣਾ ਅਜੇ ਵੀ ਨਹੀਂ ਟਲਦੇ ਹੈ। ਜਿਹੜਾ ਆਪਾਂ ਗੱਡੀ 'ਚ ਬਹਿ ਕੇ ਆਉਣ ਡਿਆ, ਇਹ ਵੀ ਪਹਿਲਾਂ ਪੈਦਲ ਯਾਤਰਾ ਵਾਲਾ ਸੀ, ਬਾਅਦ 'ਚ ਸਰਕਾਰ ਨੇ 4 ਕਿਲੋਮੀਟਰ ਤੱਕ ਸੜਕ ਬਣਾਤੀ ਆ। ਤੇ ਇੱਥੋਂ ਹੁਣ ਆਪਾਂ ਗੋਬਿੰਦ ਘਾਟ ਪਹੁੰਚ ਗਏ ਆ, ਤੇ ਇੱਥੇ ਦਰਸ਼ਨ ਮੇਲੇ ਕਰਕੇ ਲੰਗਰ ਪਾਣੀ ਛਕ ਕੇ ਤੇ ਸਾਡਾ ਰੋਣ ਦਾ ਕੋਈ ਪ੍ਰੋਗਰਾਮ ਨਹੀਂ, ਤੇ ਵਾਪਸ ਗੱਡੀ ਖਿੱਚਾਂਗੇ। ਜਿੱਥੋਂ ਤੱਕ ਪਹੁੰਚਿਆ ਜਾਊਗਾ ਉੱਥੋਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ। ਤੇ ਹੁਣ ਇੱਥੇ ਕਰਦੇ ਆ ਦਰਸ਼ਨ ਮੇਲੇ। ਇੱਥੇ ਗੋਬਿੰਦ ਘਾਟ ਗੁਰੂ ਘਰ ਬਹੁਤ ਸੋਹਣਾ ਬਣਿਆ ਹੋਇਆ, ਦਰਬਾਰ ਵੀ ਬਹੁਤ ਸੋਹਣਾ, ਬੜੀ ਸੋਹਣੀ ਲੋਕੇਸ਼ਨ 'ਤੇ ਆ, ਨਦੀ ਦੇ ਕਿਨਾਰੇ ਨਾਲ ਲੋਹੇ ਦਾ ਪੁਲ ਪਾਰ ਕਰਕੇ ਆਪਾਂ ਟਰੈਕ ਸ਼ੁਰੂ ਕਰ ਦਿੰਦੇ ਜਿਹੜਾ। ਤੇ ਇਹ ਇੱਥੇ ਦਰਬਾਰ ਸਾਹਿਬ ਬੜਾ ਹੀ ਸੋਹਣੇ ਤਰੀਕੇ ਨਾਲ ਸਜਾਇਆ ਹੋਇਆ, ਤੇ ਬੜੇ ਸੋਹਣੇ ਫੁੱਲ ਬੂਟੇ, ਤੇ ਇੱਥੇ ਆਪਾਂ ਦਰਸ਼ਨ ਕਰਕੇ ਤੇ ਨਾਲ ਹੀ ਚੱਲ ਪਾਂਗੇ। ਕੱਲ੍ਹ ਇਹ ਨਿਹੰਗ ਸਿੰਘ ਉੱਪਰ ਲੈ ਕੇ ਗਏ ਸੀ ਘੋੜਾ, ਤੇ ਪੈਦਲ ਹੀ ਤਰਾ ਕੇ ਖੜਿਆ ਸੀ, ਰਾਹ 'ਚ ਦਰਸ਼ਨ ਹੋਏ ਸੀ ਇਹਦੇ। ਪਾਤੇ ਜੀ ਚਾਲੇ ਵਾਪਸੀ ਨੂੰ ਯਾਤਰਾ ਹੋ ਗਈ ਆਪਣੀ ਪੂਰੀ, ਘਰ ਨੂੰ ਜਾਵਾਂਗੇ ਵਾਪਸ। ਵੇਖੋ ਅੱਜ ਕਿੱਥੇ ਰੁਕਦੇ ਆ। ਧਿਆਨ ਜਾਂਦਾ ਇੱਧਰ ਨਾ ਡਰਾਈਵਰ ਦਾ। ਜਾਮ ਲੱਗਿਆ ਆ, ਇੱਕ ਲਾਈਨ ਰੁਕਦੀ ਇੱਕ ਲੰਘਦੀ ਆ, ਭੀੜਾ ਭਰਾ। ਤੇ ਹੁਣ ਆੜੀ ਖਲਾਉਣ ਦੀ ਵਾਰੀ ਆ। ਉਹ ਬੱਸ ਨੂੰ ਮਾਨਤਾ ਦਿੱਤਾ ਜਾ ਰਿਹਾ। ਪਹਾੜਾਂ 'ਚ ਜਿਹੜੀ ਗੱਡੀ ਚਲਾਈ ਆ ਸਾਡਾ ਡਰਾਈਵਰ ਸਾਹਿਬ ਬੇਅੰਤ ਸਿੰਘ ਮਾਵੀ, ਇਹਨੇ ਚਲਾਈ ਆ ਸਾਰੀ, ਪਰ ਵੇਖਣ ਵਾਲਾ ਇੱਕ ਵਾਰੀ ਡਰ ਜਾਂਦਾ ਕਿ ਭਾਊ ਇਹਨੇ ਚਲਾਉਣੀ ਆ ਗੱਡੀ, ਪਰ ਕਾਮਯਾਬ ਹੈ ਬੰਦਾ। ਬਾਬਾ ਡਰਾਈਵਰ ਆਓ ਦੇਖ, ਇਹ 30 ਕਿਲੋਮੀਟਰ ਤੇ ਦੂਜੀ ਵਾਰੀ ਯਾਤਰਾ ਲਾਉਣ ਲੱਗੀ ਆ ਮੱਧ ਪ੍ਰਦੇਸ਼ ਪੁਲਿਸ। ਆਓ ਦੇਖ ਆਓ ਚੱਕ ਆਓ ਚੱਕ, ਇਹਨੇ ਖਿੱਲਾ ਪਕੌੜੀਆਂ ਵਾਂਗੂ ਖਾਂਦਾ। ਬਾਕੀ 30 ਵੀ ਨਹੀਂ, 30 ਕਿਲੋਮੀਟਰ ਵੀ ਅਜੇ ਕਿੱਥੇ ਆ। ਔਰ ਪਿਓਲਾ ਪਿੱਛੇ ਰਹਿ ਗਿਆ, ਹਮੇ ਜਾ ਵੀ ਖੋ ਗਿਆ। ਉੱਥੇ ਨੂੰ ਸੁਰੰਗਰੀ ਮੌਸਮ ਐਡੀ ਜਲਦੀ ਰੰਗ ਬਦਲ ਰਿਹਾ ਨਾ। ਇੱਕ ਪਹਾੜ ਜਿਹਾ ਕ੍ਰੋਸ ਕਰੀਦਾ ਤੇ ਧੁੱਪ ਲੱਗੀ ਹੁੰਦੀ, ਤੇ ਇੱਕ ਕਰੀਦਾ ਤੇ ਮੀਂਹ ਤੇਜ਼ ਹੋ ਜਾਂਦਾ, ਪਤਾ ਹੀ ਨਹੀਂ ਲੱਗਦਾ। ਇਹ ਸਾਨੂੰ ਡਰਾਉਣ ਡਿਆ ਕਿ ਤੁਸੀਂ ਅੱਜ ਕਿਤੇ ਰੁਕ ਜਾਓ। ਉੱਦਾਂ ਸਾਡਾ ਰਿਸ਼ੀਕੇਸ਼ ਪਹੁੰਚਣ ਦਾ ਮਨ ਸੀ,
ਪਰ ਲੱਗਦਾ ਸਾਨੂੰ ਸ਼੍ਰੀਨਗਰ ਹੀ ਰੁਕਣਾ ਪੈਣਾ, ਇਹਨੇ ਸਾਨੂੰ ਜਾਣ ਨਹੀਂ ਦੇਣਾ। ਤੇ ਨਿੱਕੇ ਨਿੱਕੇ ਪੱਥਰ ਜਿਹੇ ਵੀ ਦਿਖਦੇ ਆ ਰਾਹ 'ਚ ਸੜਕਾਂ 'ਤੇ ਪਏ ਵੀ ਇਹ ਥੋੜ੍ਹਾ ਜਿਹਾ ਪਹਿਲਾਂ ਹੀ ਡਿੱਗੇ, ਤਾਂ ਕਰਕੇ ਡਰੇ ਆਉਂਦੇ ਥੋੜ੍ਹੇ ਵੀ ਹਨੇਰੇ 'ਚ ਨਾ ਜਾਈਏ। ਹੁਣ ਹਨੇਰਾ ਹੋਣ ਹੀ ਵਾਲਾ ਬਸ। ਹੁਣ ਫਿਰ ਸਾਡੀ ਸਾਰੇ ਮੈਂਬਰਾਂ ਦੀ ਸਹਿਮਤੀ ਹੋਈ ਹੈ ਕਿ ਅੱਜ ਸ਼੍ਰੀਨਗਰ ਹੀ ਰੁਕਾਂਗੇ, ਕਿਉਂਕਿ ਰਿਸ਼ੀਕੇਸ਼ ਨੂੰ ਜ਼ਿਆਦਾ ਦੂਰੀ ਪੈ ਜਾਣਾ। ਆਹ ਗੱਲਬਾਤ ਬਣਦੀ ਆ। ਮਿੰਟ 'ਚ ਮੀਂਹ ਬੜੀ ਤੇਜ਼ ਵੱਧ ਜਾਂਦਾ ਅਤੇ ਇੱਕ ਮੋੜ ਜਿਹਾ ਗੱਡੀ ਦਾ ਪਹਾੜੀ ਦਾ ਦੂਜਾ ਪਾਸਾ ਆਉਂਦਾ ਅਤੇ ਮੌਸਮ ਸਾਫ਼ ਹੋ ਜਾਂਦਾ। ਇਹਦਾ ਕਰਕੇ ਫਿਰ ਪ੍ਰੋਗਰਾਮ ਰੁਕਣ ਦਾ ਬਣ ਗਿਆ। ਕਰਨ ਪ੍ਰਯਾਗ ਵੱਜਦੀਆਂ ਛੱਲਾਂ ਇੱਥੇ ਪੂਰੀਆਂ। ਰਾਤੀ ਆਪਾਂ ਸ਼੍ਰੀਨਗਰ ਰੁਕ ਗਏ ਸੀ ਤੇ ਇੱਥੋਂ ਚੱਲੇ ਹੁਣ ਇਹ ਆ ਸ਼੍ਰੀਨਗਰ ਸ਼ਹਿਰ। ਇੱਥੇ ਰਾਤੀ ਆਪਾਂ ਖੱਜਲ ਬਹੁਤ ਹੋਏ। ਗੁਰਦੁਆਰਾ ਸਾਹਿਬ ਗਏ ਤੇ ਇੰਨੀ ਕੁ ਜ਼ਿਆਦਾ ਸੰਗਤ ਆ ਗਈ ਰਾਤੀ, ਸਾਨੂੰ ਰੂਮ ਨਹੀਂ ਮਿਲਿਆ ਗੁਰਦੁਆਰਾ ਸਾਹਿਬ ਦੇ ਵਿੱਚ। ਤੇ ਫਿਰ ਆਪਾਂ ਬਾਹਰ ਹੋਟਲ 'ਚ ਕਮਰਾ ਲੈ ਕੇ ਰੋਟੀ ਖਾਣ ਦੇ ਚੱਕਰ 'ਚ 11-12 ਵੱਜ ਗਏ। ਤੇ ਪਲੈਨਿੰਗ ਸੀ ਵੀ 4 ਵਜੇ ਨਿਕਲ ਜਾਂਗੇ ਇੱਥੋਂ, ਪਰ 5-5:30 ਵੱਜ ਗਏ ਤੁਰਦਿਆਂ। ਤੇ ਸੜਕਾਂ ਦੀ ਸਿਫਤ ਕਰਨ ਵਾਲੀ ਬਣਦੀ ਹੈ। ਤੇ ਮੇਨ ਗੱਲ ਹੈ ਵੀ ਟੋਲ ਨਹੀਂ ਇਹਨਾਂ 'ਤੇ ਹੈਗਾ ਇੱਕ ਵੀ। ਜੋ ਰਿਸ਼ੀਕੇਸ਼ ਤੋਂ ਗੋਬਿੰਦ ਘਾਟ ਤੱਕ ਇੱਕ ਟੋਲ ਨਹੀਂ ਮਿਲਿਆ, ਕਿਤੇ ਕੋਈ ਪਰਚੀ ਨਹੀਂ ਕੱਟੀ, ਬਸ ਇੱਦਾਂ ਹੀ ਜਾਂਦਾ ਸਾਰਾ ਰੋਡ। ਹੁਣ ਮੇਰੇ ਸੁਣਨ 'ਚ ਆ ਗਈ ਸ਼ਾਇਦ ਗੋਰੇ ਨਹੀਂ ਇੱਦਾਂ ਪਹਾੜਾਂ ਦਾ ਇੰਨੀ ਛੇੜਛਾੜ ਕਰਦੇ, ਪਰ ਆਪਣਿਆਂ ਨੇ ਸੜਕਾਂ ਦੇ ਵੱਟ ਕੱਢਦੇ ਆ, ਪਰ ਪਹਾੜਾਂ ਦੇ ਵੀ ਨਾਲ ਵੱਟ ਕੱਢੀ ਜਾਂਦੇ ਆ। ਫਿਰ ਜਦੋਂ ਇਹਨਾਂ ਦਾ ਜ਼ੋਰ ਪੈ ਜਾਂਦਾ ਇਹ ਬੰਦੇ ਦੇ ਵੱਟ ਕੱਢ ਦਿੰਦੇ ਆ, ਕਦੀ ਦਾਦੇ ਦੀਆਂ ਕਦੇ ਪੋਤੇ ਦੀਆਂ। ਰਿਸ਼ੀਕੇਸ਼ ਟੱਪ ਕੇ ਦੇਹਰਾਦੂਨ ਤੋਂ ਸਾਈਡ ਨੂੰ ਹੋ ਗਏ ਹੁਣ ਆਪਾਂ ਵਾਪਸੀ, ਤੇ ਪਾਉਂਟਾ ਸਾਹਿਬ ਦੇ ਦਰਸ਼ਨ ਕਰਾਂਗੇ ਤੇ ਨਾਲੇ ਉੱਥੋਂ ਛਕਾਂਗੇ ਲੰਗਰ। ਤੇ ਇਹ ਇਲਾਕਾ ਆ ਗਿਆ ਹੁਣ ਜੰਗਲਾਂ ਦਾ, ਬੜੇ ਸੰਘਣੇ ਜੰਗਲ ਆ, ਬੜੀ ਜ਼ਿਆਦਾ ਗਰੀਨਰੀ ਆ, ਬੜਾ ਸੋਹਣਾ ਲੱਗਦਾ ਰਾਹ ਮੈਨੂੰ ਹਮੇਸ਼ਾ ਤੋਂ ਇਹ ਵਾਲਾ। ਤੇ ਅੱਗੇ ਸ਼ੁਰੂ ਹੋ ਜਾਣਗੇ ਅੰਬਾਂ ਦੇ ਬਾਗ। ਅੰਬਾਂ ਦਾ ਖਾਸਾ ਜ਼ੋਰ ਹੈ ਇੱਧਰ ਦੇਹਰਾਦੂਨ ਤੋਂ ਲੈ ਕੇ ਪਾਉਂਟਾ ਸਾਹਿਬ ਤੱਕ, ਤੇ ਆਪਾਂ ਪੇਟੀਆਂ ਤੋਂ ਲੈ ਕੇ ਵੀ ਜਾਵਾਂਗੇ। तोल में कभी भी गड़बड़ न करा आदमी। ਇਹ ਬਾਬਾ ਕਿਰਪਾਲ ਸਾਹਿਬ ਜੀ ਦੇ ਗੁਰਦੁਆਰੇ ਆਪਾਂ ਲੰਗਰ ਛਕਿਆ ਤੇ ਹੁਣ ਆਪਾਂ ਪਾਉਂਟਾ ਸਾਹਿਬ ਦੇ ਦਰਸ਼ਨ ਕਰਦੇ ਹਾਂ। ਇਹ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਾਸਤਰ। ਇੱਥੇ ਗੁਰੂ ਗੋਬਿੰਦ ਸਿੰਘ ਜੀ 17 ਸਾਲ ਦੀ ਉਮਰ ਵਿੱਚ ਆਏ ਨਾਹਨ ਦੇ ਰਾਜੇ ਮੇਦਨੀ ਪ੍ਰਕਾਸ਼ ਤੇ ਫਤਿਹ ਸ਼ਾਹ ਦੀ ਸੁਲ੍ਹਾ ਕਰਾਉਣ, ਤੇ ਗੁਰੂ ਸਾਹਿਬ ਨੂੰ ਇਹ ਸਥਾਨ ਬਹੁਤ ਪਸੰਦ ਆਇਆ ਤੇ ਇੱਥੇ 4.5 ਸਾਲ ਗੁਰੂ ਜੀ ਇੱਥੇ ਰਹੇ ਤੇ ਦੀਵਾਨ ਸਜਾਉਂਦੇ ਰਹੇ, ਤੇ 52 ਕਵੀਆਂ ਦਾ ਦੀਵਾਨ ਵੀ ਇੱਥੇ ਹੀ ਲੱਗਦਾ ਰਿਹਾ। ਇਤਿਹਾਸ ਪੜ੍ਹੀਏ ਤੇ ਇਕੱਲੇ ਪਾਉਂਟਾ ਸਾਹਿਬ ਨਾਲ ਸੰਬੰਧਿਤ ਹੀ ਗੁਰੂ ਸਾਹਿਬ ਜੀ ਦਾ ਬਹੁਤ ਇਤਿਹਾਸ ਆ। ਤੇ ਪਿੱਛੇ ਜਮਨਾ ਨਦੀ, ਜਮਨਾ ਦੇ ਕਿਨਾਰੇ ਤੇ ਆ ਗੁਰਦੁਆਰਾ ਪਾਉਂਟਾ ਸਾਹਿਬ। ਨਾਲ ਹੀ ਇੱਥੇ ਇਹ ਸਥਾਨ ਵੀ ਆ ਵੀ ਜਿੱਥੇ ਗੁਰੂ ਸਾਹਿਬ ਦਸਤਾਰ ਮੁਕਾਬਲੇ ਜਾਂ ਸੋਹਣੀਆਂ ਦਸਤਾਰਾਂ ਸਜਾਉਣ ਵਾਲਿਆਂ ਨੂੰ ਇਨਾਮ ਦਿੰਦੇ ਹੁੰਦੇ ਸੀ। ਉਹ ਸਾਹਮਣੇ ਉਹੀ ਗੁਰਦੁਆਰਾ ਸਾਹਿਬ ਦੀ ਇਮਾਰਤ ਆ, ਤੇ ਉਹਦਾ ਤੁਸੀਂ ਇਤਿਹਾਸ ਪੜ੍ਹ ਸਕਦੇ ਹੋ ਵੀਡੀਓ ਪੌਜ਼ ਕਰਕੇ। ਤੇ ਮੇਰਾ ਕੋਈ ਇੱਦਾਂ ਦਾ ਟੂਰ ਨਹੀਂ ਹੁੰਦਾ ਕਿ ਮੈਂ ਜਿਹੜੇ ਇਲਾਕੇ 'ਚ ਜਾਵਾਂ ਤੇ ਉੱਧਰੋਂ ਕੋਈ ਰੁੱਖ ਨਾ ਲੈ ਕੇ ਆਵਾਂ। ਸੋ ਇੱਥੋਂ ਵੀ ਆਪਾਂ ਨਰਸਰੀ ਮਿਲੀ ਸੀ ਰਸਤੇ 'ਚ, ਅੰਗੂਰਾਂ ਦੀ ਵੇਲ, ਇੱਕ ਅੰਬ ਦਾ ਬੂਟਾ, ਇੱਕ ਐਵਾਕਾਡੋ ਦਾ, ਤੇ ਕੁਝ ਬੂਟੇ ਖਰੀਦੇ ਬੇਅੰਤ ਨੇ। ਤੇ ਹੁਣ ਆਪਾਂ ਬੇਅੰਤ ਨੂੰ ਛੱਡ ਕੇ ਤੇ ਨਾਲ ਹੀ ਆਪਣੇ ਸਫ਼ਰ ਦੀ ਕਰਦੇ ਹਾਂ ਸਮਾਪਤੀ। ਤੇ ਦੱਸਿਓ ਕਮੈਂਟ ਕਰਕੇ ਜ਼ਰੂਰ ਕਿੱਦਾਂ ਦਾ ਲੱਗੀ ਸਾਡੀ ਯਾਤਰਾ, ਤੇ ਆ ਵੀਡੀਓ ਬਣਾਉਣ 'ਚ ਰਹਿ ਗਈਆਂ ਕਮੀਆਂ ਪੇਸ਼ੀਆਂ ਵੀ ਜ਼ਰੂਰ ਦੱਸਿਓ। ਤੇ ਨਾਲ ਹੀ ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।